ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਪਾਠ ਤਾਂ ਸਾਰੇ ਹੀ ਸਿੱਖ ਕਰਦੇ ਹਨ, ਪਰ ਮਨ ਕਰਕੇ ਬਾਣੀ ਦਾ ਪਾਠ ਜਾਂ ਕੀਰਤਨ ਕੋਈ ਵਿਰਲਾ ਹੀ ਕਰਦਾ ਹੈ। ਕੀ ਕਾਰਨ ਹੈ ਕਿ ਬਾਣੀ ਦਾ ਪਾਠ ਜਾਂ ਕੀਰਤਨ ਮਨ ਕਰਕੇ ਨਹੀਂ ਕਰ ਹੁੰਦਾ? ਇਸ ਵਿਸ਼ੇ ਤੇ ਅਸੀਂ ਪਹਿਲਾਂ ਵੀ ਕੁਝ ਵੀਡੀਓ ਕੱਢ ਚੁੱਕੇ ਹਾਂ ਅਤੇ ਇਸ ਵਿਸ਼ੇ ਨੂੰ ਹੋਰ ਸਮਝਣ ਲਈ ਅਸੀਂ ਅੱਜ ਦੀ ਛੋਟੀ ਜਿਹੀ ਵੀਡੀਓ ਵਿੱਚ ਵਿਚਾਰ ਕਰਾਂਗੇ। ਮਨ ਕਰਕੇ ਗੁਰਬਾਣੀ ਕੀਰਤਨ ਕਰਨ ਬਾਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਬਦ ਬਹੁਤ ਗੁਣਕਾਰੀ ਹੈ। ਗੁਰੂ ਸਾਹਿਬ ਤੋਂ ਵੱਧ ਸਾਡੀ ਆਤਮਿਕ ਹਾਲਤ ਨੂੰ ਹੋਰ ਕੌਣ ਸਮਝ ਸਕਦਾ ਹੈ? ਇੱਦਾਂ ਲੱਗਦਾ ਹੈ ਜਿੱਦਾਂ ਗੁਰੂ ਸਾਹਿਬ ਨੇ ਸਾਨੂੰ ਹੀ ਮੁੱਖ ਰੱਖ ਕੇ ਇਹ ਸ਼ਬਦ ਉਚਾਰਿਆ ਹੋਵੇ। ਕੀਰਤਨ ਵਿੱਚ ਅਣਗਿਣਤ ਸਿੱਖ ਰੋਜ਼ ਬੈਠਦੇ ਹਨ, ਪਰ ਕਿਸੇ ਵਿਰਲੇ ਨੂੰ ਹੀ ਸਵਾਦ ਆਉਂਦਾ ਹੈ। ਬਾਕੀ ਸਾਡੇ ਵਰਗੇ ਵਿਚਾਰੇ ਸਵਾਦ ਲੈਣ ਦੀ ਗੱਲ ਤਾਂ ਇੱਕ ਪਾਸੇ ਰਹੀ, ਪਲ ਦੋ ਪਲ ਲਈ ਮਨ ਨੂੰ ਟਿਕਾਉਣ ਵਿੱਚ ਹੀ ਲੱਗੇ ਰਹਿੰਦੇ ਨੇ। ਕੀਰਤਨ ਵਿੱਚ ਬੈਠੀ ਦਾ ਵੀ ਹੈ, ਕੀਰਤਨ ਕਰੀ ਦਾ ਵੀ ਹੈ, ਸੁਣੀ ਦਾ ਵੀ ਹੈ, ਪਰ ਬਾਣੀ ਅੰਦਰ ਨਹੀਂ ਵੜਦੀ, ਪੂਰਾ ਸਵਾਦ ਨਹੀਂ ਆਉਂਦਾ। ਓਪਰੇ ਮਨੋਂ ਹੀ ਗੁਰਬਾਣੀ ਦਾ ਪਾਠ ਜਾਂ ਕੀਰਤਨ ਹੁੰਦਾ ਹੈ, ਚਾਹ ਕੇ ਵੀ ਤੁਰ ਅੰਦਰੋਂ ਕੀਰਤਨ ਜਾਂ ਪਾਠ ਨਹੀਂ ਕਰ ਹੁੰਦਾ। ਗੁਰੂ ਸਾਹਿਬ ਜੀ ਨੇ ਸਾਡੇ ਵਰਗਿਆਂ ਦੀ ਤਰਸਯੋਗ ਹਾਲਤ ਦੇਖ ਕੇ ਇਹ ਸ਼ਬਦ ਉਚਾਰਿਆ, ਜੋ ਕਿ ਇਸ ਪ੍ਰਕਾਰ ਹੈ। ਗੌੜੀ ਮਹੱਲਾ ਨੌਵਾਂ। ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ, ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ ਰਹਾਓ। ਪੂਤ ਮੀਤ ਮਾਇਆ ਮਮਤਾ ਸਿਉ, ਇਹ ਬਿਦ ਆਪ ਬੰਧਾਵੈ, ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ, ਦੇਖ ਤਾਸ ਉਠ ਧਾਵੈ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ, ਜਨ ਨਾਨਕ ਕੋਟਨ ਮੈਂ ਕਉ, ਭਜਨ ਰਾਮ ਕੋ ਪਾਵੈ। ਇਸ ਸ਼ਬਦ ਦੀ ਪਹਿਲੀ ਹੀ ਪੰਕਤੀ ਦੇਖੋ। ਗੁਰੂ ਸਾਹਿਬ ਫਰਮਾਉਂਦੇ ਹਨ, ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੈ। ਇਸ ਦਾ ਭਾਵ ਹੈ ਕਿ ਕੀਰਤਨ ਵਿੱਚ ਬੈਠੇ ਪ੍ਰਾਣੀ ਦੇ ਮਨ ਵਿੱਚ ਹਰ ਜਸ ਨਹੀਂ ਆਉਂਦਾ। ਭਾਵੇਂ ਉਹ ਕੀਰਤਨ ਵਿੱਚ ਬੈਠਾ ਹੈ, ਪਰ ਉਸ ਦੇ ਮਨ ਵਿੱਚ ਹਰ ਜਸ ਨਹੀਂ ਆ ਰਿਹਾ। ਕੈਸੀ ਤਰਸਯੋਗ ਹਾਲਤ ਹੈ ਕਿ ਨਦੀ ਕਿਨਾਰੇ ਬੈਠੇ ਨੂੰ ਵੀ ਪਾਣੀ ਦਾ ਘੁੱਟ ਨਹੀਂ ਮਿਲ ਰਿਹਾ। ਜੇ ਪ੍ਰਾਣੀ ਮਾਰੂਥਲਾਂ ਵਿੱਚ ਪਿਆਸਾ ਮਰ ਜਾਵੇ ਤਾਂ ਗੱਲ ਸਮਝ ਆਉਂਦੀ ਆ, ਪਰ ਉਸ ਬਦਬਖਤ ਦੇ ਭਾਗਾਂ ਬਾਰੇ ਕੀ ਕਿਹਾ ਜਾਵੇ ਜੋ ਨਦੀ ਦੇ ਕੰਢੇ ਤੇ ਬੈਠਾ ਹੋਵੇ ਪਰ ਫਿਰ ਵੀ ਪਿਆਸਾ ਮਰ ਜਾਵੇ। ਅਗਲੀ ਪੰਕਤੀ ਵਿੱਚ ਗੁਰੂ ਸਾਹਿਬ ਜੀ ਕਾਰਨ ਦੱਸਦੇ ਹਨ ਕਿ ਕਿਉਂ ਪ੍ਰਾਣੀ ਦੇ ਮਨ ਵਿੱਚ ਹਰ ਜਸ ਨਹੀਂ ਆਉਂਦਾ। ਸੁਣੋ ਜੀ ਇਸ ਸ਼ਬਦ ਦੀ ਦੂਜੀ ਪੰਕਤੀ। ਅਹਨਿਸ ਮਗਨ ਰਹਿ ਮਾਇਆ ਮੈਂ, ਕਹੋ ਕੈਸੇ ਗੁਣ ਗਾਵੈ ਰਹਾਓ। ਬਸ ਇਹੋ ਕਾਰਨ ਹੈ ਜਿਸ ਕਰਕੇ ਪ੍ਰਾਣੀ ਦੇ ਮਨ ਵਿੱਚ ਹਰ ਜਸ ਨਹੀਂ ਆਉਂਦਾ। ਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਪ੍ਰਾਣੀ ਦਿਨ ਰਾਤ ਮਾਇਆ ਵਿੱਚ ਮਗਨ ਰਹਿੰਦਾ ਹੈ। ਦੱਸੋ ਉਹ ਕਿਵੇਂ ਪਰਮੇਸ਼ਰ ਦੇ ਗੁਣ ਗਾਵੇ, ਭਾਵ ਗੁਰਬਾਣੀ ਗਾਵੇ। ਇੱਥੇ ਸੰਗਤਾਂ ਨੋਟ ਕਰ ਲੈਣ ਕਿ ਗੁਰਬਾਣੀ ਵਿੱਚ ਜਿੱਥੇ ਵੀ ਗੁਣ ਜਾਂ ਹਰ ਗੁਣ ਗਾਉਣ ਜਾਂ ਸੁਣਨ ਦੀ ਗੱਲ ਹੁੰਦੀ ਹੈ, ਉੱਥੇ ਭਾਵ ਗੁਰਬਾਣੀ ਗਾਇਣ ਜਾਂ ਪਠਣ ਦਾ ਹੁੰਦਾ ਹੈ। ਗੁਰਬਾਣੀ ਤੋਂ ਬਿਨਾਂ ਹੋਰ ਕਿਤੇ ਵੀ ਪਰਮੇਸ਼ਰ ਦੇ ਗੁਣ ਨਹੀਂ ਹਨ। ਖੈਰ, ਜੇ ਕੋਈ ਜੀਵ 24 ਘੰਟੇ ਦਿਨ ਰਾਤ ਮਾਇਆ ਵਿੱਚ ਹੀ ਧਿਆਨ ਮਗਨ ਰਹੇ, ਉਹ ਮਾਇਆ ਤੋਂ ਭਿੰਨ ਚੀਜ਼ ਵਿੱਚ ਕਿਵੇਂ ਮਗਨ ਹੋ ਸਕਦਾ ਹੈ? ਧੀ, ਪੁੱਤ, ਪਤਨੀ, ਦੋਸਤ, ਮਿੱਤਰ, ਮਾਇਆ ਦੇ ਧੰਦੇ, ਸੰਸਾਰ ਦੀਆਂ ਸਮੱਸਿਆਵਾਂ, ਸੰਸਾਰ ਦੇ ਰਸ-ਕਸ, ਕਲਯੁਗੀ ਮਨੋਰੰਜਨ ਜਿਵੇਂ ਕਿ ਗੀਤ, ਫਿਲਮਾਂ, ਸੀਰੀਅਲ ਆਦਿ, ਇੰਨਾ ਕੁਛ ਜੀਵ ਨੂੰ ਚਿੰਬੜਿਆ ਹੋਇਆ ਹੈ ਕਿ ਉਸ ਪਾਸੋਂ ਸਿਰ ਵੀ ਨਹੀਂ ਚੁੱਕ ਹੁੰਦਾ। ਦੱਸੋ ਉਹ ਹਰ ਗੁਣ ਗਾਉਣ ਵਿੱਚ ਧਿਆਨ ਕਿਵੇਂ ਲਾਵੇ? ਨਹੀਂ ਲਾ ਸਕਦਾ। ਤਦ ਤੱਕ ਨਹੀਂ ਲਾ ਸਕਦਾ ਜਦ ਤੱਕ ਉਹ ਸੰਸਾਰ ਦੇ ਬੇਕਾਰ ਰਸਾਂ-ਕਸਾਂ ਅਤੇ ਧੰਦਿਆਂ ਤੋਂ ਮੁਕਤ ਨਹੀਂ ਹੁੰਦਾ। ਜੇ ਅੱਗ ਤੇ ਚੜੇ ਘਿਓ ਨੂੰ ਏਸੀ ਵਾਲੇ ਕਮਰੇ ਵਿੱਚ ਲਿਆ ਕੇ ਰੱਖੋ ਅਤੇ 5 ਮਿੰਟਾਂ ਵਿੱਚ ਹੀ ਫੇਰ ਚੁੱਲ੍ਹੇ ਤੇ ਰੱਖ ਦੇਵੋ, ਤਾਂ ਦੱਸੋ ਘਿਓ ਨੂੰ ਕੁਝ ਠੰਡਕ ਮਹਿਸੂਸ ਹੋਵੇਗੀ? ਅਜਿਹੇ ਘਿਓ ਨੂੰ ਤਾਂ ਚੁੱਲ੍ਹੇ ਤੇ ਚੜੇ ਰਹਿਣ ਦਾ ਹੀ ਪਤਾ ਹੈ। ਉਹ ਠੰਡੇ ਕਮਰੇ ਵਿੱਚ ਬਿੰਦ ਝੱਟ ਰਹਿਣ ਨਾਲ ਕਮਰੇ ਦੀ ਠੰਡਕ ਮਹਿਸੂਸ ਨਹੀਂ ਕਰ ਸਕਦਾ। ਠੰਡਕ ਮਹਿਸੂਸ ਕਰਨ ਲਈ ਪਹਿਲਾਂ ਉਸ ਨੂੰ ਆਪਣੇ ਅੰਦਰ ਦੀ ਗਰਮੀ ਗਵਾਉਣੀ ਪਵੇਗੀ, ਜੋ ਕਿ ਠੰਡੇ ਕਮਰੇ ਵਿੱਚ ਕੁਝ ਸਮਾਂ ਲਾ ਕੇ ਹੀ ਦੂਰ ਹੋਵੇਗੀ। ਫਿਰ ਘਿਓ ਦਾ ਟੈਂਪਰੇਚਰ ਠੰਡੇ ਪਾਸੇ ਵੱਲ ਨੂੰ ਜਾਣਾ ਸ਼ੁਰੂ ਹੋਵੇਗਾ। ਇਸੇ ਤਰ੍ਹਾਂ ਹੀ ਜੇ ਕੋਈ ਇਨਸਾਨ ਸਾਰਾ ਦਿਨ ਮਾਇਆ ਵਿੱਚ ਹੀ ਫਸਿਆ ਰਹੇ ਅਤੇ ਹਫ਼ਤੇ 2 ਹਫ਼ਤੇ ਬਾਅਦ ਬਿੰਦ ਝੱਟ ਲਈ ਕੀਰਤਨ ਮੰਡਲ ਵਿੱਚ ਬੈਠੇ, ਤਾਂ ਉਸ ਨੂੰ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਉਹ ਕੀਰਤਨ ਮੰਡਲ ਵਿੱਚ ਗੁਰਬਾਣੀ ਦਾ ਰਸ ਮਾਣੇ। ਰਸ ਮਾਣਨ ਲਈ ਸਿੱਖ ਨੂੰ ਮਾਇਆ ਦੇ ਕੰਮਾਂ ਵਿੱਚ ਸਮਾਂ ਘੱਟ ਤੋਂ ਘੱਟ ਲਾਉਣਾ ਚਾਹੀਦਾ ਹੈ ਅਤੇ ਬਾਕੀ ਦਾ ਸਾਰਾ ਸਮਾਂ ਨਾਮ ਬਾਣੀ, ਸੇਵਾ ਜਾਂ ਗੁਰਮਤਿ ਸਾਹਿਤ ਪੜ੍ਹਨ ਵਿੱਚ ਜਾਂ ਗੁਰਸਿੱਖਾਂ ਨਾਲ ਸੰਗਤ ਕਰਨ ਵਿੱਚ ਬਤੀਤ ਕਰਨਾ ਚਾਹੀਦਾ। ਫੇਰ ਜਾ ਕੇ ਮਾਇਆ ਦੀ ਤਪਸ਼ ਦੂਰ ਹੋ ਸਕਦੀ ਹੈ ਅਤੇ ਨਾਮ ਬਾਣੀ ਦੀ ਠੰਡਕ ਮਹਿਸੂਸ ਹੋ ਸਕਦੀ ਹੈ। ਪਰ ਆਮ ਇਸ ਤਰ੍ਹਾਂ ਹੁੰਦਾ ਹੈ ਕਿ ਇਸ ਤੋਂ ਪਹਿਲਾਂ ਕਿ ਗੁਰਬਾਣੀ ਦੀ ਠੰਡਕ ਸਾਡੇ ਤੇ ਅਸਰ ਕਰੇ, ਅਸੀਂ ਦੁਆਰਾ ਮਾਇਆ ਦੇ ਓਵਨ ਵਿੱਚ ਜਾ ਬੈਠਦੇ ਹਾਂ। ਇਸ ਸ਼ਬਦ ਦੀਆਂ ਅਗਲੀਆਂ 2 ਪੰਕਤੀਆਂ ਨੂੰ ਵਿਚਾਰਿਆਂ ਪਤਾ ਲੱਗਦਾ ਹੈ ਕਿ ਜੀਵ ਕਿਸ ਤਰ੍ਹਾਂ ਮਾਇਆ ਵਿੱਚ ਮਗਨ ਰਹਿੰਦਾ ਹੈ।
ਸੁਣੋ ਜੀ ਅਗਲੀਆਂ ਦੋ ਪੰਕਤੀਆਂ। ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਦ ਆਪ ਬੰਧਾਵੈ, ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠ ਧਾਵੈ। ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਪੁੱਤਰ ਦੋਸਤ ਰੂਪੀ ਮਾਇਆ ਅਤੇ ਮਮਤਾ ਭਾਵ ਮੈਂ ਵਿੱਚ ਫਸਿਆ ਰਹਿਣ ਕਰਕੇ ਜੀਵ ਆਪਣੇ ਆਪ ਨੂੰ ਬੰਧਨ ਵਿੱਚ ਬੰਨ੍ਹ ਲੈਂਦਾ। ਉਸ ਦੀ ਹਾਲਤ ਇਦਾਂ ਦੀ ਹੁੰਦੀ ਹੈ ਜਿਵੇਂ ਹਿਰਨ ਨੂੰ ਰੇਗਿਸਤਾਨ ਵਿੱਚ ਪਾਣੀ ਅਤੇ ਹਰਿਆਲੀ ਦਿਸਦੀ ਹੈ। ਉਹ ਹਿਰਨ ਉਸ ਹਰਿਆਲੀ ਵੱਲ ਭੱਜਦਾ ਹੈ, ਪਰ ਹਰਿਆਲੀ ਤਾਂ ਕਦੇ ਸੀ ਹੀ ਨਹੀਂ, ਤਾਂ ਹਿਰਨ ਵਿਚਾਰੇ ਨੂੰ ਮਿਲੇ ਕਿਵੇਂ? ਇਸ ਤਰ੍ਹਾਂ ਹਰਿਆਲੀ ਵੱਲ ਭੱਜ ਕੇ ਹਿਰਨ ਦੀ ਮੌਤ ਹੋ ਜਾਂਦੀ ਹੈ। ਠੀਕ ਇਸੇ ਤਰ੍ਹਾਂ ਹੀ ਝੂਠੀ ਦੁਨੀਆ ਜੋ ਕਦੇ ਕਿਸੇ ਦੀ ਹੋਈ ਹੀ ਨਹੀਂ ਅਤੇ ਜਿਸ ਪਿੱਛੇ ਪਤਾ ਨਹੀਂ ਕਿੰਨੇ ਮਰ ਗਏ ਨੇ, ਉਹਨੂੰ ਪ੍ਰਾਪਤ ਕਰਨ ਲਈ ਜੀਵ ਉਸ ਵੱਲ ਭੱਜਦਾ ਹੈ, ਪਰ ਉਸ ਦੇ ਹੱਥ ਕੁਝ ਨਹੀਂ ਆਉਂਦਾ। ਦੱਸੋ, ਦੁਨੀਆ ਵੀ ਕਿਸੇ ਦੀ ਹੋਈ ਹੈ? ਬੰਦਾ ਦੁਨੀ ਪਿੱਛੇ ਦੀਨ ਗਵਾ ਲੈਂਦਾ ਹੈ, ਭਾਵ ਸੰਸਾਰ ਪਿੱਛੇ ਧਰਮ ਗਵਾ ਲੈਂਦਾ ਹੈ। ਨਤੀਜਾ ਇਹ ਨਿਕਲਦਾ ਕਿ ਸੰਸਾਰ ਤਾਂ ਕਿਸੇ ਨੂੰ ਮਿਲਦਾ ਨਹੀਂ, ਪਰ ਜੀਵ ਆਪਣਾ ਧਰਮ ਵੀ ਅਜਾਈਂ ਹੀ ਗਵਾ ਲੈਂਦਾ। ਸ਼ਬਦ ਦੇ ਅਖੀਰਲੇ ਬੰਦ ਵਿੱਚ ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਕਿ ਭੁਗਤ ਮੁਕਤ ਦੇ ਦਾਤੇ ਸਵਾਮੀ ਪਰਮੇਸ਼ਰ ਨੂੰ ਇਹ ਕਮਲਾ ਜੀਵ ਭੁਲਾ ਦਿੰਦਾ ਹੈ ਅਤੇ ਦੁੱਖ ਪਾਉਂਦਾ। ਕਰੋੜਾਂ ਵਿੱਚ ਕੋਈ ਇੱਕ ਹੁੰਦਾ ਹੈ ਜੋ ਰਮੇ ਹੋਏ ਰਾਮ ਵਾਹਿਗੁਰੂ ਦਾ ਭਜਨ ਪ੍ਰਾਪਤ ਕਰਦਾ ਹੈ। ਬਸ ਕੇਵਲ ਉਹ ਹੀ ਇਸ ਸੰਸਾਰ ਵਿੱਚ ਸੁਖੀ ਰਹਿੰਦਾ ਅਤੇ ਇੱਥੋਂ ਸੰਤੁਸ਼ਟ ਹੋ ਕੇ ਗੁਰਪੁਰੀ ਆਪਣੇ ਅਸਥਾਨ ਤੇ ਜਾ ਬੈਠਦਾ ਹੈ। ਬਾਕੀ ਸਭ ਦੁਨੀਆ ਦੁੱਖ ਵਿੱਚ ਜੰਮਦੀ ਹੈ, ਦੁੱਖ ਵਿੱਚ ਜਿਉਂਦੀ ਹੈ ਅਤੇ ਦੁੱਖ ਵਿੱਚ ਹੀ ਮਰ ਜਾਂਦੀ ਹੈ। ਸੁਣੋ ਜੀ ਇਸ ਸ਼ਬਦ ਦੀਆਂ ਆਖਰੀ ਦੋ ਪੰਕਤੀਆਂ। ਭੁਗਤ ਮੁਕਤ ਕਾ ਕਾਰਨ ਸੁਆਮੀ ਮੂੜ ਤਾਹੇ ਬਿਸਰਾਵੈ, ਜਨ ਨਾਨਕ ਕੋਟਨ ਮੈਂ ਕਉ ਭਜਨ ਰਾਮ ਕੋ ਪਾਵੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡਾ ਧਿਆਨ ਮਾਇਆ ਵੱਲੋਂ ਹਟਾ ਕੇ ਨਾਮ ਬਾਣੀ ਵਿੱਚ ਲਾਉਣ। ਗੁਰਸਿੱਖ ਨੂੰ ਘੱਟ ਤੋਂ ਘੱਟ ਸਮਾਂ ਸੰਸਾਰ ਦੇ ਕੰਮਾਂ ਵਿੱਚ ਲਾਉਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਸਮਾਂ ਧਰਮ ਦੇ ਕੰਮਾਂ ਵਿੱਚ ਬਤੀਤ ਕਰਨਾ ਚਾਹੀਦਾ ਹੈ। ਕੇਵਲ ਉਹੀ ਸੰਸਾਰ ਦੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਬਿਨਾਂ ਸਰਦਾ ਹੀ ਨਹੀਂ। ਬਾਕੀ ਸਮਾਂ ਨਾਮ, ਬਾਣੀ, ਸੇਵਾ ਅਤੇ ਗੁਰਬਾਣੀ ਵਿਚਾਰ ਵਿੱਚ ਲਾਉਣਾ ਚਾਹੀਦਾ ਹੈ। ਇਹੋ ਹੀ ਤਰੀਕਾ ਹੈ ਮਨੁੱਖਾ ਜਨਮ ਸਫਲ ਕਰਨ ਦਾ। ਗੁਰੂ ਸਾਹਿਬ ਜੀ ਕਿਰਪਾ ਕਰਕੇ ਸਾਡੇ ਪਾਸੋਂ ਗੁਰਮਤਿ ਅਨੁਸਾਰੀ ਬੰਦਗੀ ਕਰਵਾ ਕੇ ਮਨੁੱਖਾ ਜਨਮ ਸਫਲਾ ਕਰ ਦੇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।